हाँ जी प्यारिओ, वाहिगुरु जी का खालसा वाहिगुरु जी की फतेह। हाँ जी गुरमुख प्यारिओ, गुरु प्यारी गुरु सवारी साध संगत जी, ਆਪਾਂ ਭਲੀ ਭਾਂਤ ਜਾਣਦੇ ਹੀ ਹਾਂ ਕਿ ਜੋ ਆਪ ਸਾਧ ਸੰਗਤ ਜੀ ਨੇ ਹੁਕਮ ਲਾਇਆ ਹੈ ਸੋ 6ਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ, ਜਿਸ ਵਿੱਚ ਪਾਤਸ਼ਾਹ ਵਾਰ-ਵਾਰ ਮੁਖਾਤਬ ਕਰਦੇ ਆ ਕਿ ਜਿਹ ਪ੍ਰਸਾਦ ਜਿਹਦੀ ਕਿਰਪਾ ਨਾਲ ਤੂੰ ਖਾਂਦਾ ਪੀਂਦਾ ਹੈ, ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਜਿਹਦੀ ਕਿਰਪਾ ਨਾਲ ਕੱਪੜੇ ਪਹਿਨਦਾ ਹੈ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਮਹਾਰਾਜ ਵਾਰ-ਵਾਰ ਮੁਖਾਤਬ ਕਰ ਰਹੇ। ਇਸ ਪਾਵਨ ਅਸ਼ਟਪਦੀ ਦਾ ਅਸੀਂ ਜੋ 5 ਪਦੇ ਆ ਪਿਛਲੇ ਦਿਨਾਂ ਵਿੱਚ ਆਪ ਜੀ ਨਾਲ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਵਾਈ, ਆਪਾਂ ਰਲ ਮਿਲ ਕੇ ਕੀਤੀ ਅਤੇ ਸਰਵਣ ਕੀਤੀ ਹੈ। ਸੋ ਆਓ ਅੱਜ 6ਵਾਂ ਪਦਾ, ਕਿਉਂਕਿ 8 ਪਦੇ ਹਨ ਇੱਕ ਅਸ਼ਟਪਦੀ ਦੇ ਵਿੱਚ, ਅਤੇ 6ਵੇਂ ਪਦੇ ਦੀ ਅੱਜ ਵਿਚਾਰ ਕਰਾਂਗੇ। ਇੱਕ ਵੀਡੀਓ ਵਿੱਚ ਆਪਾਂ ਇੱਕ ਹੀ ਪਦੇ ਦੀ ਵਿਚਾਰ ਸੰਗਤ ਦੇ ਹੁਕਮ ਅਨੁਸਾਰ ਰੱਖ ਰਹੇ ਹਾਂ, ਫਿਰ ਵਿਚਾਰ ਲੰਬੀ ਹੋ ਜਾਂਦੀ। ਹਰ ਇੱਕ ਇਨਸਾਨ ਦੇ ਕੋਲ ਟਾਈਮ ਬਹੁਤ ਸੀਮਤ ਹੈ, ਅਤੇ ਕੋਈ ਹਰ ਇੱਕ ਚਾਹੁੰਦਾ ਹੈ ਕਿ ਵਿਚਾਰ ਵੀ ਕੁਛ ਪਿੜ ਪੱਲੇ ਵੀ ਪੈ ਜਾਵੇ, ਸਾਡੇ ਕੋਈ ਸਮਝ ਵੀ ਲੱਗ ਜਾਵੇ, ਅਤੇ ਭਾਵੇਂ ਵਿਚਾਰ ਥੋੜ੍ਹੇ ਸ਼ਬਦਾਂ ਦੀ ਹੋ ਜਾਵੇ, ਕਿਉਂਕਿ ਆਪਾਂ ਭੱਜਣਾ ਨਹੀਂ, ਦੌੜਨਾ ਨਹੀਂ, ਕਾਹਲ ਨਹੀਂ ਕਰਨੀ, ਆਪਾਂ ਆਨੰਦ ਲੈਣੇ ਹਨ ਅਤੇ ਆਨੰਦ ਲੈਣ ਆਏ ਹਾਂ। ਸੋ ਆਓ 6ਵੇਂ ਪਦੇ ਦੀ ਵਿਚਾਰ ਆਰੰਭ ਕਰਦੇ ਹਾਂ। ਸਤਿਗੁਰੂ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ। ਜਿਹ ਪ੍ਰਸਾਦ ਸੁਨਹਿ ਕਰਨ ਨਾਦ। ਪਾਤਸ਼ਾਹ 6ਵੇਂ ਪਦੇ ਦੀ ਪਹਿਲੀ ਪੰਕਤੀ ਵਿੱਚ ਫਰਮਾ ਰਹੇ ਆ ਕਿ ਇਹ ਇਨਸਾਨ ਜਿਹ ਪ੍ਰਸਾਦ ਜਿਹਦੀ ਕਿਰਪਾ ਨਾਲ ਸੁਨਹਿ ਕਰਨ ਨਾਦ, ਸੁਨਹਿ ਸੁਣਦਾ ਹੈ, ਕਰਨ ਕੰਨਾਂ ਨਾਲ, ਨਾਦ ਰਸੀਲੀ ਆਵਾਜ਼ਾਂ ਨੂੰ, ਸੋਹਣੀਆਂ ਆਵਾਜ਼ਾਂ ਨੂੰ, ਸੋਹਣੇ ਕੀਰਤਨ ਨੂੰ, ਸੋਹਣੇ ਨਾਦਾਂ ਨੂੰ ਸੁਣਦਾ ਹੈ ਜਿਹਦੀ ਕਿਰਪਾ ਨਾਲ। ਕਿਉਂਕਿ ਕੰਨ ਤੇ ਉਹਨੇ ਲਾ ਦਿੱਤੇ। ਕੰਨ ਤਾਂ ਮੂਰਤੀ ਦੇ ਵੀ ਹੁੰਦੇ ਆ, ਪਰ ਉਹਦੇ ਵਿੱਚ ਸੁਣਨ ਦੀ ਸ਼ਕਤੀ ਨਹੀਂ ਉਹ ਪਾ ਸਕਦਾ ਕਲਾਕਾਰ। ਪਰਮੇਸ਼ਰ ਕਿੱਡਾ ਵੱਡਾ ਕਲਾਕਾਰ, ਉਹਨੇ ਕੰਨ ਨਹੀਂ ਇਕੱਲੇ ਲਾਏ, ਉਹਨੇ ਇਹਨਾਂ ਵਿੱਚ ਕਲਾ ਵੀ ਪਾਤੀ ਸੁਣਨ ਦੀ। ਅੱਖਾਂ ਹੀ ਨਹੀਂ ਇਕੱਲੀਆਂ ਲਾਈਆਂ, ਇਹਨਾਂ ਵਿੱਚ ਜੋਤ ਵੀ ਪਾਤੀ ਦੇਖਣ ਦੀ। ਆਪਾਂ ਦੇਖਦੇ ਹਾਂ ਜਦੋਂ ਕਿਸੇ ਇਨਸਾਨ ਦੀ ਅੱਖ ਖਰਾਬ ਹੁੰਦੀ ਅਤੇ ਉਹ ਡਾਕਟਰ ਕਹਿ ਦਿੰਦੇ ਵੀ ਇਸ ਦੀ ਪਿਛਲੀ ਲਾਈਟ ਨਹੀਂ ਰਹੀ, ਹੁਣ ਇਹਦਾ ਆਪਰੇਸ਼ਨ ਵੀ ਨਹੀਂ ਹੋ ਸਕਦਾ, ਭਾਵੇਂ ਕਾਮਯਾਬ ਨਹੀਂ ਹੋ ਸਕਦੀਆਂ। ਵੇਖੋ ਪਰਮੇਸ਼ਰ ਨੇ ਕੈਸੀ ਲਾਈਟ ਪਾਈ ਆ, ਜਿਹੜਾ ਹੁਣ ਇਹ ਡਾਕਟਰ ਦੇ ਇਲਾਜ ਕਰਨਾ ਵੀ ਕਾਮਯਾਬ ਨਹੀਂ ਹੋ ਸਕਦੀਆਂ ਅੱਖਾਂ। ਸੋ ਪਰਮੇਸ਼ਰ ਹੋਇਆ ਨਾ ਫਿਰ ਬਹੁਤ ਵੱਡਾ। ਕਹਿੰਦੇ ਜੇ ਪ੍ਰਸਾਦ ਸੁਨਹਿ ਕਰਨ ਨਾਦ, ਜਿਹਦੀ ਕਿਰਪਾ ਨਾਲ ਤੂੰ ਕਹਿੰਦੇ ਸੋਹਣੇ ਨਾਦਾਂ ਨੂੰ, ਸੁਰੀਲੀਆਂ ਆਵਾਜ਼ਾਂ ਨੂੰ ਸੁਣਦਾ। ਜੇ ਪ੍ਰਸਾਦ ਪੇਖੈ ਬਿਸਮਾਦ। ਸੋ ਇਸੇ ਤਰ੍ਹਾਂ ਜੇ ਪ੍ਰਸਾਦ 'ਤੇ ਹੀ ਵਿਸਰਾਮ ਆ ਰਿਹਾ, ਅਤੇ ਇੱਥੇ ਹੀ ਆਪਾਂ ਲਾਉਣਾ। ਸੋ ਆਪਾਂ ਆਪਣੀ ਮਰਜ਼ੀ ਨਹੀਂ ਕਰਨੀ। ਦਾਸ ਪਿੱਛੇ ਵੀ ਅਰਜ਼ ਕਰਦਾ ਆ ਰਿਹਾ ਹੈ ਕਿ ਜਿਤਨੀਆਂ ਵੀ ਸੇਵਾ ਸੁਸਾਇਟੀਆਂ, ਸੁਖਮਨੀ ਸਾਹਿਬ ਜੀ ਦੇ ਨਾਮ 'ਤੇ ਸੁਸਾਇਟੀਆਂ, ਕੋਈ ਕਿਸੇ ਨਾਮ 'ਤੇ ਸੁਸਾਇਟੀ ਬਣੀ ਹੈ, ਉਹ ਪਾਠ ਤਾਂ ਬਹੁਤ ਕਰਦੇ ਹਨ, ਬੜੇ ਵਡਭਾਗੇ ਹਨ। ਪਾਠ ਕਰਨਾ ਬਹੁਤ ਵੱਡੀ ਗੱਲ ਹੈ, ਬਾਣੀ ਪੜ੍ਹ ਲੈਣੀ ਬਹੁਤ ਮੁਬਾਰਕਬਾਦ ਹੈ। ਪਰ ਜੇਕਰ ਅਸੀਂ ਕਿਤੇ ਸ਼ੁੱਧ ਪੜ੍ਹ ਲਈਏ ਫਿਰ ਬਹੁਤਾ ਜ਼ਿਆਦਾ ਆਨੰਦ ਨਾ ਹੋਊਗਾ, ਕਿਉਂਕਿ ਗੁਰੂ ਮਹਾਰਾਜ ਦੇ ਅੰਗ ਹਨ ਬਾਣੀ, ਅਤੇ ਗੁਰੂ ਮਹਾਰਾਜ ਦੇ ਅਸੀਂ ਅੰਗਾਂ ਨੂੰ ਤੋੜਨਾ ਮਰੋੜਨਾ ਨਹੀਂ। ਬਾਣੀ ਗਲਤ ਪੜ੍ਹ ਕੇ, ਅਸ਼ੁੱਧ ਬਾਣੀ ਪੜ੍ਹ ਕੇ, ਬਾਣੀ ਨੂੰ ਸ਼ੁੱਧ ਪੜ੍ਹਨਾ ਹੈ, ਸਤਿਗੁਰਾਂ ਦੀ ਖੁਸ਼ੀ ਲੈਣੀ ਹੈ। ਜੇ ਪ੍ਰਸਾਦ ਪੇਖੈ ਬਿਸਮਾਦ, ਕਹਿੰਦੇ ਜਿਹਦੀ ਕਿਰਪਾ ਨਾਲ ਤੂੰ ਵੇਖਦਾ ਹੈ। ਬਿਸਮਾਦ ਕੀ ਅਚਰਜ ਨਜ਼ਾਰੇ, ਬੜੇ ਅਦਭੁਤ ਨਜ਼ਾਰੇ, ਬੜੇ ਅਚਰਜ ਨਜ਼ਾਰੇ ਜਿਹਦੀ ਕਿਰਪਾ ਨਾਲ ਵੇਖਦਾ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ। ਜੇ ਪ੍ਰਸਾਦ ਜਿਹਦੀ ਕਿਰਪਾ ਨਾਲ ਅੰਮ੍ਰਿਤ ਮਿੱਠੇ ਬੋਲ, ਅੰਮ੍ਰਿਤ ਵਰਗੇ ਬੋਲ, ਇਸ ਜੀਭਾ ਨਾਲ, ਇਸ ਰਸਨਾ ਨਾਲ ਬੋਲਦਾ ਹੈ, ਮਿੱਠੇ ਬਚਨ ਬੋਲਦਾ ਹੈ, ਜਿਸ ਦੀ ਬਰਕਤ ਪਾ ਕੇ ਜੀਭ ਨਾਲ ਮਿੱਠੇ ਬਚਨ ਬੋਲਦਾ। ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹਦੀ ਕਿਰਪਾ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਖ ਸਹਿਜੇ, ਸਹਿਜੇ ਸੁਭਾਵਿਕ ਹੀ, ਜਿਸ ਦੀ ਕਿਰਪਾ ਨਾਲ ਸੁਖੀ ਵਸ ਰਿਹਾ ਤੂੰ ਸੁਭਾਵਿਕ ਹੀ।
ਲੋਕ ਬੜੇ ਯਤਨ ਕਰਦੇ ਆ ਸੁਖੀ ਵਸਣ ਦੇ, ਅਸੀਂ ਸੌਖੇ ਹੋ ਜਾਈਏ, ਅਸੀਂ ਆਨੰਦ ਵਿੱਚ ਹੋ ਜਾਈਏ। ਮਾਰੇ ਕਹਿੰਦੇ ਇਸ ਤਰ੍ਹਾਂ ਸੌਖਿਆ ਨਹੀਂ ਹੋਇਆ ਜਾਂਦਾ। ਕਿਸੇ ਦਾ ਹੱਕ ਮਾਰ ਕੇ, ਕਿਸੇ ਦਾ ਗਲਾ ਘੁੱਟ ਕੇ, ਕਿਸੇ ਦਾ ਦਿਲ ਦੁਖਾ ਕੇ ਇੱਦਾਂ ਸੌਖਿਆਂ ਕਦੀ ਨਹੀਂ ਉਹ ਹੁੰਦਾ। ਸੌਖਿਆਂ ਕਿਵੇਂ ਹੁੰਦਾ? ਮਹਾਰਾਜ ਕਹਿੰਦੇ ਨਾ ਸੁਖਮਨੀ ਸਾਹਿਬ ਵਿੱਚ ਹੀ, ਜਿਸ ਧਨ ਕੋ ਚਾਰ ਕੁੰਟ ਉਠ ਧਾਵੈ। ਕਹਿੰਦੇ ਜਿਹੜੇ ਧਨ ਵਾਸਤੇ ਦੁਨੀਆ ਚਾਰੇ ਦਿਸ਼ਾਵਾਂ ਕੁੰਟਾਂ ਵਿੱਚ ਢੂੰਡਦੀ ਫਿਰਦੀ, ਕਮਲੀ ਹੋਈ ਫਿਰਦੀ ਦੁਨੀਆ, ਸੋ ਧਨ ਹਰ ਸੇਵਾ ਤੇ ਪਾਵੈ। ਉਹ ਧਨ ਕਹਿੰਦੇ ਹਰੀ ਵਾਹਿਗੁਰੂ ਦੀ ਸੇਵਾ ਤੋਂ ਮਿਲਦਾ। ਹਰੀ ਵਾਹਿਗੁਰੂ ਦੀ ਸੇਵਾ ਬੜੇ ਤਰ੍ਹਾਂ ਦੀ ਆ। ਟਾੜ ਝਾੜਨੇ, ਇਹ ਤਾਂ ਹੈ ਨਾ ਬਾਹਰੀ ਸੇਵਾ, ਬਰਤਨ ਜੂਠੇ ਮਾਂਜਣੇ, ਗੁਰਦੁਆਰਾ ਜਾ ਕੇ ਝਾੜੂ ਦੇਣਾ, ਜੋੜੇ ਝਾੜਨੇ, ਇਹ ਹੈ ਬਾਹਰੀ ਸੇਵਾ। ਅਤੇ ਅੰਦਰੂਨੀ ਸੇਵਾ ਕਿਹੜੀ ਆ? ਅੰਦਰੂਨੀ ਵੀ ਅਤੇ ਬਾਹਰੀ ਵੀ ਆ ਇਹ ਸੇਵਾ ਜਿਹੜੀ ਗੁਰਬਾਣੀ ਦੀ। ਕਹਿੰਦੇ ਪ੍ਰਭ ਕੀ ਸੇਵਾ ਨਾਮ ਧਿਆਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ। ਸੰਤਾਂ ਦੀ ਵੀ ਸੇਵਾ ਨਾਮ ਧਿਆਉਣਾ ਹੀ ਆ, ਅਤੇ ਪ੍ਰਭੂ ਦੀ ਸੇਵਾ ਵੀ ਨਾਮ ਧਿਆਉਣਾ, ਬਾਣੀ ਪੜ੍ਹਨੀ, ਨਾਮ ਜਪਣਾ। ਜਿਵੇਂ ਕਿਸੇ ਮਹਾਂਪੁਰਖ ਕੋਲੇ ਕੋਈ ਗਿਆ ਹੈ ਨਾ, ਕਹਿੰਦਾ ਲਿਆਓ ਸੰਤ ਜੀ ਲੱਤਾਂ ਘੁੱਟ ਦੀਏ ਤੁਹਾਡੀਆਂ। ਉਹ ਕਹਿੰਦੇ ਜੇ ਤੈਨੂੰ ਏਡਾ ਹੀ ਚਾਅ ਵਾ ਸਾਡੀਆਂ ਲੱਤਾਂ ਘੁੱਟਣ ਦਾ, ਤੇ ਤੂੰ ਸਮਾਂ ਵਾ, ਤੂੰ ਸਾਡੀ ਖੁਸ਼ੀ ਲੈਣੀ? ਕਹਿੰਦਾ ਹਾਂ। ਕਹਿੰਦੇ ਇੱਥੇ ਬਹਿ ਕੇ ਇੱਕ ਜਪਜੀ ਸਾਹਿਬ ਸੁਣਾ ਸਾਨੂੰ। ਕਿਉਂਕਿ ਮਹਾਂਪੁਰਖ ਜਿਹੜੇ ਅਸਲੀ ਮਹਾਂਪੁਰਖ ਆ, ਗੁਰਬਾਣੀ ਦੇ ਰਸੀਏ, ਉਹਨਾਂ ਦੀ ਖੁਸ਼ੀ ਹੀ ਬਾਣੀ ਪੜ੍ਹਨ ਵਿੱਚ ਅਤੇ ਪੜ੍ਹਾਉਣ ਵਿੱਚ ਹੁੰਦੀ, ਨਾ ਕਿ ਉਹਨਾਂ ਦਾ ਆਪਦੇ ਹੱਡ ਚੰਮ ਦੇ, ਮਾਸ ਦੇ ਗੋਡੇ ਘਟਾਉਣ ਦੀ ਨਹੀਂ। ਉਹਨਾਂ ਦੀ ਖੁਸ਼ੀ ਹੁੰਦੀ ਇਹ ਬਾਣੀ ਪੜ੍ਹੇ, ਇਹ ਰੱਜ ਰੱਜ ਕੇ ਬਾਣੀ ਪੜ੍ਹੇ। ਰਹੋ ਵਿਚਾਰ। ਮਹਾਰਾਜ ਕਹਿੰਦੇ ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚੱਲੈ। ਕਹਿੰਦੇ ਜਿਹਦੀ ਕਿਰਪਾ ਨਾਲ, ਵੇਖੋ ਪ੍ਰਮਾਤਮਾ ਨੂੰ ਵਾਰ-ਵਾਰ ਸਤਿਗੁਰੂ ਸਿਫਤ ਕਰ ਰਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ। ਚੱਲੈ ਹਸਤ ਹੱਥਾਂ ਨਾਲ, ਕਰ ਨਾਮ ਵੀ ਹੱਥਾਂ ਦਾ, ਚੱਲੈ ਭਾਵ ਪੈਰ। ਜਿਹਦੀ ਕਿਰਪਾ ਨਾਲ ਤੂੰ ਕਹਿੰਦੇ ਹਸਤ ਹੱਥਾਂ ਨਾਲ ਕੰਮ ਕਰਦਾ, ਜਿਸ ਦੀ ਦਇਆ ਨਾਲ ਤੇਰੇ ਹੱਥ ਆਦਿਕ ਸਾਰੇ ਅੰਗ ਕੰਮ ਦੇ ਰਹੇ। ਚੱਲੈ ਤਾਂ ਭਾਵ ਪੈਰ ਵੀ ਮਹਾਂਪੁਰਖ ਕਰਿਆ ਕਰਦੇ, ਕਿ ਚੱਲਦੇ ਤਾਂ ਪੈਰ ਹੀ ਆ ਨਾ। ਹਾਂਜੀ, ਪੈਰਾਂ ਨਾਲ ਚੱਲ ਕੇ ਜਾਂਦੇ। ਜਿਹਦੀ ਕਿਰਪਾ ਨਾਲ ਤੇਰੇ ਹੱਥ ਪੈਰ ਚੱਲ ਰਹੇ, ਅੰਗ ਸਹੀ ਸਲਾਮਤ। ਜੇ ਪ੍ਰਸਾਦ ਸੰਪੂਰਨ ਫਲ ਹੈ, ਸੋ ਇਸ ਨੂੰ ਫਲੇ ਨਹੀਂ ਕਹਿਣਾ ਜਾਂ ਫਲੇ ਨਹੀਂ ਕਹਿਣਾ, ਫਲ ਹੈ। ਕਹਿੰਦੇ ਸੰਪੂਰਨ, ਪੂਰਨ ਤੌਰ 'ਤੇ ਹਰੇਕ ਕਾਰ ਵਿਹਾਰ ਵਿੱਚ ਹਰ ਪਾਸੇ ਜਿਹਦੀ ਕਿਰਪਾ ਨਾਲ ਤੂੰ ਸੰਪੂਰਨ, ਸੰਭਾਵ ਬੜਾ ਹੀ ਵਿਸ਼ੇਸ਼ ਕਰਕੇ, ਸਹਿਤ ਪੂਰਨ, ਬੜਾ ਪੂਰਿਆ ਹੋਇਆ ਹੈ। ਵਾਰ-ਵਾਰ ਤੈਨੂੰ ਪੂਰਨ ਦੀ ਨਹੀਂ ਲੋੜ। ਉਹ ਪਰਮੇਸ਼ਰ ਇੱਕ ਵਾਰੀ ਪੂਰਦਾ, ਜਿਹਨੂੰ ਪੂਰਦਾ ਉਹਨੂੰ ਇੱਕ ਵਾਰੀ ਦਾਤਾਂ ਦਿੰਦਾ, ਵਾਰ-ਵਾਰ ਲੋੜ ਨਹੀਂ ਪੈਂਦੀ। ਉਹਨੂੰ ਭਰ ਦਿੰਦਾ, ਉਹਨੂੰ ਪੂਰ ਦਿੰਦਾ, ਭਾਵ ਉਹਨੂੰ ਅਧੂਰਾ ਨਹੀਂ ਰਹਿਣ ਦਿੰਦਾ। ਜੇ ਪ੍ਰਸਾਦ ਸੰਪੂਰਨ ਫਲ ਹੈ, ਪੂਰਾ ਫਲ ਜਾਂਦਾ ਉਹ। ਇਹ ਨਹੀਂ ਕਹਿੰਦੇ ਵੀ ਉਹ ਪਰਮੇਸ਼ਰ ਨੇ ਕਿਰਪਾ ਕੀਤੀ, ਅੱਧੀ ਕੀਤੀ ਉੱਤੇ। ਪਰਮੇਸ਼ਰ ਨੇ ਕਿਰਪਾ ਤਾਂ ਕੀਤੀ ਸੀ, ਪਰ ਉਹ ਪੂਰਾ ਨਹੀਂ ਫਲਿਆ। ਕਦੇ ਸੁਣਿਆ ਇੱਦਾਂ? ਜਿਹਨੂੰ ਪਰਮੇਸ਼ਰ ਮਿਲਦਾ ਹੈ, ਜੇ 'ਤੇ ਕਿਰਪਾ ਕਰਦਾ, ਉਹਨੂੰ ਪੂਰੇ ਤੌਰ 'ਤੇ ਕਰਦਾ, ਕਦੇ ਵੀ ਅਧੂਰਾ ਕੰਮ ਨਹੀਂ ਪਰਮੇਸ਼ਰ ਕਰਦਾ। ਜੇ ਪ੍ਰਸਾਦ ਪਰਮਗਤ ਪਾਵੈ, ਕਹਿੰਦੇ ਜਿਹਦੀ ਕਿਰਪਾ ਨਾਲ ਪਰਮ ਗਤੀ, ਕੈਵਲ ਮੋਕਸ਼ ਗਤੀ, ਸਭ ਤੋਂ ਵੱਡੀ ਗਤੀ ਜਿਹੜੀ ਆ ਉਹ ਕੈਵਲ ਮੁਕਤੀ ਮੰਨੀ ਆ ਸਾਰੀਆਂ ਮੁਕਤੀਆਂ ਨਾਲੋਂ। ਹਾਂਜੀ, ਸਾਰੀਆਂ ਮੁਕਤੀਆਂ ਦੇ ਉੱਪਰ ਜਿਹੜੀ ਕੈਵਲ ਮੁਕਤੀ ਮੰਨੀ, ਕਹਿੰਦੇ ਉਸ ਮੁਕਤੀ ਨੂੰ ਤੂੰ ਪਾ ਲੈਣਾ ਜਿਹਦੀ ਕਿਰਪਾ ਨਾਲ। ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਹਾਂ ਜਿਹਦੀ ਕਿਰਪਾ ਨਾਲ ਸੁਖ ਸਹਿਜ, ਸੁੱਖ ਵਿੱਚ ਸਹਿਜੇ ਹੀ, ਸੁਭਾਵਿਕ ਹੀ ਸਮਾਵੈ, ਟਿਕਿਆ ਬੈਠਾ ਹੈ, ਬੜਾ ਆਨੰਦ ਵਿੱਚ ਬੈਠਾ ਹੈ। ਦੁਨੀਆ ਬੜੀ ਭਟਕਦੀ ਫਿਰਦੀ ਆ, ਅਪਰਾਚਿੱਤੀ ਲੱਗੀ ਦੁਨੀਆ ਨੂੰ, ਚੀਕ ਚਿਹਾੜਾ ਪੈ ਰਿਹਾ, ਕਿਸੇ ਨੂੰ ਸੁੱਖ ਨਹੀਂ। ਕੋਈ ਇੱਧਰ ਨੂੰ ਭੱਜਾ ਜਾ ਰਿਹਾ, ਕੋਈ ਉੱਧਰ ਨੂੰ ਭੱਜਾ ਆ ਰਿਹਾ। ਮਹਾਰਾਜ ਕਹਿੰਦੇ ਤੂੰ ਸਹਿਜੇ ਟਿਕਿਆ ਬੈਠਾ, ਬੜੀ ਬੇਫਿਕਰੀ ਵੇ ਸੁੱਖ ਵਿੱਚ ਮਸਤ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਹਾਂ ਹੁਣ ਦੱਸ ਰਹੇ ਆ ਐ ਪ੍ਰਾਣੀ, ਐ ਮੇਰੇ ਪਿਆਰਿਆ, ਤੂੰ ਐਸਾ ਪ੍ਰਭੂ ਵਾਹਿਗੁਰੂ ਪਿਆਰਾ ਤਿਆਗ ਕੇ, ਛੱਡ ਕੇ, ਅਵਰ ਕਤ ਲਾਗੋ, ਹੋਰ ਕਿਸੇ ਪਾਸੇ ਕਿਵੇਂ ਲੱਗਣਾ ਕਰ ਰਿਹਾ? ਕੀ ਤੈਨੂੰ ਮਿਲੂਗਾ ਉੱਧਰੋਂ? ਕੁਛ ਨਹੀਂ ਮਿਲਣਾ। ਕਿਉਂ ਲੱਗ ਰਿਹਾ ਹੋਰ ਪਾਸੇ? ਗੁਰ ਪ੍ਰਸਾਦ ਨਾਨਕ ਮਨ ਜਾਗੋ,
ਗੁਰ ਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਨਾਨਕ ਨਾਮ ਵਰਤ ਕੇ ਸਾਡੇ ਵਾਸਤੇ ਦੱਸ ਰਿਹਾ ਵੀ ਨਾਨਕ ਮਨ ਜਾਗੋ, ਸਾਡਾ ਮਨ ਜਾਗ ਗਿਆ। ਭਾਈ ਜਾਗੋ, ਹੁਸ਼ਿਆਰ ਹੋਵੋ, ਉਠੋ, ਜਾਗੋ ਜਾਗੋ ਸੂਤੇ ਹੋ, ਚੱਲਿਆ ਵਣਜਾਰਾ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅੱਜ ਆਪਾਂ 6ਵੇਂ ਪਦੇ ਦੀ ਵਿਚਾਰ ਕੀਤੀ ਹੈ, 6ਵੀਂ ਅਸ਼ਟਪਦੀ ਦੇ 6ਵੇਂ ਪਦੇ ਦੀ। ਸੋ 2 ਪਦੇ ਬਾਕੀ ਹਨ, ਸਤਿਗੁਰੂ ਕਿਰਪਾ ਕਰਨ। 7ਵਾਂ ਤੇ 8ਵਾਂ ਪਦਾ, ਕਿਉਂਕਿ ਇੱਕ ਅਸ਼ਟਪਦੀ ਵਿੱਚ 8 ਪਦੇ ਹੁੰਦੇ। ਸੋ ਆਓ ਇਹਨਾਂ ਪੰਕਤੀਆਂ ਦਾ ਦੁਬਾਰਾ ਆਪਾਂ ਗਾਇਨ ਕਰ ਲਈਏ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।